ਪਿਆਰੇ ਵਿਦਿਆਰਥੀਓ, ਬਲਵੰਤ ਗਾਰਗੀ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਬਲਵੰਤ ਗਾਰਗੀ ਪੰਜਾਬੀ ਦੀ ਪਹਿਲੀ ਪੀੜ੍ਹੀ ਦਾ ਸਮਰੱਥ ਨਾਟਕਕਾਰ ਹੈ। ਉਸ ਨੇ ਨੂੰ ਪ੍ਰਸਿੱਧੀ ਤਾਂ ਭਾਵੇਂ ਪੰਜਾਬੀ ਨਾਟਕਕਾਰ ਵਜੋਂ ਹੀ ਪ੍ਰਾਪਤ ਹੈ, ਪਰ ਇਸ ਦੇ ਨਾਲ ਹੀ ਉਹ ਇੱਕ ਬਹੁਤ ਹੀ ਵਧੀਆ ਵਾਰਤਕਕਾਰ ਵੀ ਹੈ। ਇਸ ਤੋਂ ਇਲਾਵਾ ਉਸ ਨੇ ਨਾਵਲ ਵੀ ਲਿਖੇ, ਕਹਾਣੀਆਂ ਵੀ ਲਿਖੀਆਂ, ਸਵੈ ਜੀਵਨੀ ਵੀ ਲਿਖੀ, ਪਰ ਇਸ ਤੋਂ ਕਿਤੇ ਵੱਧ ਜਿਹੜੀ ਪ੍ਰਵਾਨਗੀ ਹੈ ਉਸ ਨੂੰ ਰੇਖਾ ਚਿੱਤਰ ਲਿਖਣ ਦੇ ਵਿੱਚ ਮਿਲਦੀ ਹੈ। ਅਤੇ ਮੇਰੇ ਤੋਂ ਪਹਿਲਾਂ ਲੰਮਾ ਸਮਾਂ ਪੰਜਾਬੀ ਵਾਰਤਕ ਡਾਕਟਰ ਰਜਿੰਦਰਪਾਲ ਪੜ੍ਹਾਉਂਦੇ ਰਹੇ ਨੇ, ਅਤੇ ਸਾਨੂੰ ਲੱਗਿਆ ਕਿਉਂ ਨਾ ਇਹ ਆਪਸੀ ਵਿਚਾਰ ਵਟਾਂਦਰੇ ਦੇ ਰਾਹੀਂ ਅੱਜ ਬਲਵੰਤ ਗਾਰਗੀ ਹੋਰਾਂ ਬਾਰੇ ਗੱਲਬਾਤ ਕੀਤੀ ਜਾਵੇ। ਰਜਿੰਦਰ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜਿਹੜਾ ਬਲਵੰਤ ਗਾਰਗੀ ਹੈ, ਜਦੋਂ ਉਹ ਵਾਰਤਕ ਲਿਖਦਾ ਹੈ ਤੇ ਉਹਦਾ ਜਿਹੜਾ ਧੂ ਪਾਉਂਦਾ ਹੈ ਉਹ ਸਾਨੂੰ ਸਭ ਨੂੰ, ਤੇ ਸਭ ਤੋਂ ਉਹਦਾ ਜਿਹੜਾ ਮੁੱਖ ਗੁਣ ਹੈ ਉਹਦੀ ਵਾਰਤਕ ਦਾ, ਉਹ ਤੁਹਾਨੂੰ ਕਿਹੜਾ ਲੱਗਦਾ ਹੈ? ਦੇਖੋ, ਜਿੱਥੋਂ ਤੱਕ ਗੱਲ ਹੈਗੀ ਆ ਇਸ ਰੇਖਾ ਚਿੱਤਰ ਦੀ ਵਿਧੀ ਦੀ, ਰੇਖਾ ਚਿੱਤਰ ਆ ਜਿਹੜਾ ਇਹ ਬੁਨਿਆਦੀ ਤੌਰ ਤੇ ਤਾਂ ਕਿਹਾ ਜਾ ਸਕਦਾ ਕਿ ਅੰਗਰੇਜ਼ੀ ਦੇ ਵਿੱਚ ਪੈਨ ਸਕੈਚ ਜਾਂ ਰਾਈਟਰ ਸਕੈਚ ਲਿਖਣ ਦਾ ਰਿਵਾਜ ਸੀ, ਉੱਥੋਂ ਪੰਜਾਬੀ ਦੇ ਵਿੱਚ ਇਹ ਰਿਵਾਜ ਆਇਆ। ਸਾਦਤ ਹਸਨ ਮੰਟੋ ਉਰਦੂ ਦੇ ਬਹੁਤ ਪ੍ਰਸਿੱਧ ਕਹਾਣੀਕਾਰ ਆ, ਪਰ ਉਹਨਾਂ ਨੇ ਆਪਣੇ ਸਮਕਾਲੀਆਂ ਦੇ ਖਾਕੇ ਵੀ ਲਿਖੇ। ਤਾਂ ਬਲਵੰਤ ਗਾਰਗੀ ਪੰਜਾਬੀ ਦੇ ਵਿੱਚ ਪਹਿਲਾ ਰੇਖਾ ਚਿੱਤਰਕਾਰ ਬਣਦਾ ਹੈ। ਤੇ ਵੈਸੇ ਜਿਹੜਾ ਰੇਖਾ ਚਿੱਤਰ ਸ਼ਬਦ ਆ ਜਿਹੜਾ ਉਹ ਚਿੱਤਰਕਾਰੀ ਤੋਂ ਉਧਾਰ ਲਿਆ, ਕਿ ਜਿੱਥੇ ਇੱਕ ਬੁਰਸ਼ ਨਾਲ, ਇੱਕ ਪੈਨ ਦੇ ਸਟਰੋਕ ਨਾਲ ਹੀ ਚੰਦ ਲਕੀਰਾਂ ਖਿੱਚ ਕੇ ਵਿਅਕਤੀ ਦਾ ਸਾਰਾ ਜਿਹੜਾ ਨਕਸ਼ ਮੁਹਾਂਦਰਾ ਹੈ ਉਹ ਉਘਾੜ ਦਿੱਤਾ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਰੇਖਾ ਚਿੱਤਰ ਹੈ ਇਹ, ਜਾਂ ਹੁਣ ਇਹਨੂੰ ਜੋ ਕਿਹਾ ਜਾਣ ਲੱਗਿਆ, ਜ਼ਿਆਦਾ ਠੀਕ ਹੈ ਇਹ ਕਿ ਹੁਣ ਸ਼ਬਦ ਚਿੱਤਰ ਕਿਹਾ ਜਾਣ ਲੱਗਿਆ, ਕਿ ਸ਼ਬਦ ਚਿੱਤਰ ਦੇ ਰਾਹੀਂ ਕੀ ਹੈ ਕਿ ਵਿਅਕਤੀ ਦਾ ਉਹ ਬਿਲਕੁਲ ਨਕਸ਼ ਉਘਾੜਿਆ ਜਾਂਦਾ। ਇਹ ਜੀਵਨੀ ਮੂਲਕ ਲੇਖ ਤਾਂ ਹੁੰਦਾ ਨਹੀਂਗਾ। ਅਸਲ ਦੇ ਵਿੱਚ ਤਾਂ ਇਹ ਕਿ ਇਹ ਤਾਂ ਕੁਝ ਅਜਿਹੀਆਂ ਘਟਨਾਵਾਂ, ਕੁਝ ਅਜਿਹੀਆਂ ਗੱਲਾਂ, ਕੁਝ ਅਜਿਹੀਆਂ ਵਾਰਤਾਲਾਪ ਵਿਅਕਤੀ ਨਾਲ ਸੰਬੰਧਿਤ ਚਿੱਤਰੇ ਜਾਂਦੇ ਆ ਕਿ ਜਿਹਦੇ ਨਾਲ ਉਹਦੀ ਸ਼ਖਸੀਅਤ ਉਗੜ ਕੇ ਸਾਹਮਣੇ ਆਉਂਦੀ ਹੈ ਸਾਡੇ। ਤੁਸੀਂ ਜਿਹੜੀ ਗੱਲ ਪੁੱਛੀ ਹੈਗੀ ਆ ਕਿ ਜਿਹੜਾ ਰੇਖਾ ਚਿੱਤਰ ਹੈਗਾ ਇਹ ਬਲਵੰਤ ਗਾਰਗੀ ਦੀ ਕੀ ਖਾਸੀਅਤ ਆ? ਜਿਹੜੀ ਬਲਵੰਤ ਗਾਰਗੀ ਦੀ ਖਾਸੀਅਤ ਆ ਬੁਨਿਆਦੀ ਤੌਰ ਤੇ ਤਾਂ ਉਹ ਨਾਟਕਕਾਰ ਆ, ਪਰ ਉਹਨੇ ਕਹਾਣੀਆਂ ਵੀ ਲਿਖੀਆਂ। ਤੇ ਜੇ ਆਪਾਂ ਉਹਦੇ ਰੇਖਾ ਚਿੱਤਰਾਂ ਨੂੰ ਧਿਆਨ ਨਾਲ ਪੜ੍ਹੀਏ ਤਾਂ ਦੋਵੇਂ ਗੁਣ ਹੀ ਉਹਦੇ 'ਚ ਮੌਜੂਦ ਨੇ, ਕਿ ਉਹਨੂੰ ਨਾਟਕੀ ਢੰਗ ਨਾਲ ਗੱਲ ਸ਼ੁਰੂ ਕਰਨੀ ਆਉਂਦੀ ਹੈ, ਤੇ ਜਿਹੜੀ ਕਹਾਣੀ ਆ ਜੀਵਨ ਕਹਾਣੀ ਨਹੀਂ, ਜੀਵਨ ਦੇ ਨਾਲ ਜੁੜੀ ਕੋਈ ਜਿਹੀ ਕਹਾਣੀ ਉਹਨੂੰ ਬਹੁਤ ਅੱਛੇ ਢੰਗ ਨਾਲ ਕਹਿਣੀ ਆਉਂਦੀ ਹੈ। ਇੱਥੋਂ ਤੱਕ ਕਿ ਕਹਾਣੀ ਕਹਿੰਦਿਆਂ ਉਹ ਇਹ ਵੀ ਹੈ ਕਿ ਜਿਵੇਂ ਹੁਣ ਸਾਦਤ ਹਸਨ ਮੰਟੋ ਦਾ ਉਹ ਰੇਖਾ ਚਿੱਤਰ ਲਿਖਦਾ ਹੈ, ਤਾਂ ਸਾਦਤ ਹਸਨ ਮੰਟੋ ਦਾ ਕਹਾਣੀ ਦੇ ਬਾਰੇ ਰੇਖਾ ਚਿੱਤਰ ਲਿਖਦਿਆਂ ਉਹ ਬੂ ਕਹਾਣੀ ਹੈ ਜਿਹੜੀ ਬੂ ਕਹਾਣੀ ਨੂੰ ਉਹ ਰੇਖਾ ਚਿੱਤਰ ਦੇ ਵਿੱਚ ਸੁਣਾਉਂਦਾ ਸਾਨੂੰ ਦੁਬਾਰਾ, ਪਰ ਉਹ ਇੰਨੇ ਇੰਟਰਸਟਿੰਗ ਢੰਗ ਨਾਲ, ਇੰਨੇ ਦਿਲਚਸਪ ਢੰਗ ਨਾਲ ਸੁਣਾਉਂਦਾ ਹੈ ਕਿ ਉਹਦੇ ਕੋਲੇ ਕਹਾਣੀ ਕਹਿਣ ਦਾ ਹੁਨਰ ਆ। ਇੱਕ ਤਾਂ ਕਹਾਣੀ ਕਹਿਣ ਦਾ ਹੁਨਰ ਆ, ਇੱਕ ਨਾਟਕੀ ਅੰਦਾਜ਼ ਆ, ਦੋ ਜਿਹੜੇ ਉਹਦੇ ਇਹ ਗੁਣ ਉਹਦੇ ਕੋਲੇ ਪਹਿਲਾਂ ਹੀ ਆ, ਉਹ ਦੋਨੇ ਹੀ ਰੇਖਾ ਚਿੱਤਰਾਂ 'ਚ ਵੀ ਪਾ ਦਿੰਦੇ। ਇਸ ਦੇ ਨਾਲ ਨਾ ਮੇਰੀ ਇੱਕ ਹੋਰ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ, ਜਾਂ ਆਪਾਂ ਗੱਲਬਾਤ ਕਰਨਾ ਚਾਹੁੰਦੇ ਸੀ, ਕਿ ਉਹ ਜਦੋਂ ਰੇਖਾ ਚਿੱਤਰ ਲਿਖਦਾ ਹੈ, ਆਮ ਕਰਕੇ ਤਕਰੀਬਨ ਜ਼ਿਆਦਾਤਰ ਜਿਹੜੇ ਰੇਖਾ ਚਿੱਤਰ ਹੈ ਉਹਨਾਂ ਦੇ ਵਿੱਚ ਜਿਹੜੀ ਉਹਦੀ ਗੱਲਬਾਤ ਆ ਉਹ ਚਟਖਾਰੇ ਲੈਣ ਵਾਲੀ ਕਾਫੀ ਜ਼ਿਆਦਾ ਹੁੰਦੀ ਹੈ। ਤੇ ਇਹ ਜਿਹੜੀ ਤੁਸੀਂ ਬੂ ਕਹਾਣੀ ਦੀ ਗੱਲ ਕੀਤੀ ਹੈ, ਜਦੋਂ ਇਸ ਦੇ ਬਾਰੇ ਵੀ ਉਹ ਗੱਲ ਕਰਦਾ, ਉਹ ਸ਼ੁਰੂਆਤ ਹੀ ਇੱਥੋਂ ਕਰਦਾ ਕਿ ਉਹਨੂੰ ਕੋਈ ਕਹਾਣੀ ਜਦੋਂ ਧੂ ਨਹੀਂ ਪਾਉਂਦੀ, ਜਦੋਂ ਮੰਟੋ ਦੀ ਕਹਾਣੀ ਪੜ੍ਹਦਾ ਤੇ ਉਸ ਨੂੰ ਲੱਗਦਾ ਕਿ ਇਸ ਕਹਾਣੀ ਦੇ ਵਿੱਚ ਇੱਕ ਜਿਸਮਾਨੀ ਖੇੜਾ ਹੈ। ਕੀ ਕਾਰਨ ਹੈ ਕਿ ਪੰਜਾਬੀ ਜਿਹੜਾ ਪਾਠਕ ਹੈ ਉਹ ਉਸ ਦੀ ਨਬਜ਼ ਪਛਾਣਦਾ ਹੈ, ਜਾਂ ਗਾਰਗੀ ਦੇ ਵਿੱਚ ਹੀ ਉਹਦੀ ਕਲਮ ਦੀ ਸਮਰੱਥਾ ਹੈ ਕਿ ਉਹ ਚਟਖਾਰੇ ਤੇ ਪਾਠਕਾਂ ਨੂੰ ਲਾ ਲੈਂਦਾ ਹੈ? ਨਹੀਂ, ਜਿੱਥੇ ਤੱਕ ਮੈਨੂੰ ਲੱਗਦਾ ਹੈਗਾ ਕਿ ਥੋੜਾ ਜਿਹਾ ਤਾਂ ਇਹਦੇ ਵਿੱਚ ਗੱਲ ਇਹ ਵੀ ਹੈਗੀ ਆ ਕਿ ਗਾਰਗੀ ਆ ਨਾ ਜਿਹੜਾ, ਉਹ ਦੋ ਚੀਜ਼ਾਂ ਜ਼ਰੂਰ ਆਪਦੀ ਰਚਨਾ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ, ਦਿਲਚਸਪੀ ਜਗਾਉਣ ਲਈ ਦੋ ਚੀਜ਼ਾਂ ਜ਼ਰੂਰ ਕਰਦਾ। ਇੱਕ ਤਾਂ ਉਹ ਮੁਹੱਬਤ ਦੀ ਗੱਲ ਕਰਦਾ, ਔਰਤ ਦੀ ਗੱਲ ਕਰਦਾ, ਪਰ ਸਭ ਤੋਂ ਵੱਧ ਉਹ ਕਾਮ ਦੀ ਗੱਲ ਕਰਦਾ, ਕਾਮ ਦੇ ਵੇਗ ਦੀ ਗੱਲ ਕਰਦਾ।
ਦੂਜਾ ਜਿਹੜਾ ਹੈਗਾ, ਜਿਹੜੀ ਦੂਜੀ ਸਾਡੀ ਪੰਜਾਬੀਆਂ ਦੀ ਇੱਕ ਵਰਜਣਾ ਹੈਗੀ ਹੈ ਕਿ ਨਸ਼ਿਆਂ ਪ੍ਰਤੀ ਵਰਜਣਾ ਹੈ। ਤੇ ਉਹ ਨਸ਼ਿਆਂ ਪ੍ਰਤੀ ਵਰਜਣਾ ਤੇ ਕਾਮ ਪ੍ਰਤੀ ਜਿਹੜੀ ਵਰਜਣਾ ਹੈ, ਉਹਨੂੰ ਚਟਖਾਰੇ ਲੈ ਲੈ ਬਿਆਨ ਕਰਦਾ ਤੇ ਉਹਨੂੰ ਲੱਗਦਾ ਕਿ ਇਉਂ ਜਿਹੜੇ ਆ ਮੇਰੇ ਪਾਠਕ ਮੇਰੇ ਨਾਲ ਖਿੱਚੇ ਜਾਣਗੇ। ਉਹ ਜਦੋਂ ਵੀ ਕਿਸੇ ਦਾ ਰੇਖਾ ਚਿੱਤਰ ਖਿੱਚਦਾ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਵਰਜਿਤ ਇਸ਼ਕ ਦੀ ਗੱਲ ਜ਼ਰੂਰ ਕਰਦਾ ਹੈ। ਚਾਹੇ ਉਹ ਕਿਹਾ ਜਾ ਸਕਦਾ ਕਿ ਬੂ ਕਹਾਣੀ ਦਾ ਆਪਾਂ ਜ਼ਿਕਰ ਕੀਤਾ, ਜੇ ਨਹੀਂ ਵੀ ਤਾਂ ਜਿਵੇਂ ਰਜਿੰਦਰ ਸਿੰਘ ਬੇਦੀ ਦਾ ਰੇਖਾ ਚਿੱਤਰ ਲਿਖਦਿਆਂ ਉਹਦੇ ਸ਼ਬਦ ਚਿੱਤਰ ਜਦੋਂ ਖਿੱਚਦਾ ਉਹ, ਤਾਂ ਉਹਦੇ ਵਿੱਚ ਵੀ ਉਹਦੇ ਵਰਜਿਤ ਇਸ਼ਕ ਦੀ ਵਧੇਰੇ ਗੱਲ ਕਰਦਾ। ਉਹਦੀ ਇੱਕ ਆਦਤ ਬਣ ਚੁੱਕੀ ਆ। ਜਿਵੇਂ ਸ਼ਿਵ ਕੁਮਾਰ ਦਾ ਜਦੋਂ ਰੇਖਾ ਚਿੱਤਰ ਲਿਖਦਾ ਤਾਂ ਉਦੋਂ ਵੀ ਮੈਂ ਕਿ ਉਹ ਰੇਖਾ ਚਿੱਤਰ ਇੱਕ ਵਿਆਹੀ ਵਰੀ ਔਰਤ ਨੂੰ ਮਸ਼ਹਰੇ ਦੇ ਉੱਤੇ ਲੈ ਕੇ ਜਾਣ ਦਾ ਜਿਹੜਾ ਦ੍ਰਿਸ਼ ਹੈਗਾ, ਉਸ ਨੂੰ ਉਹ ਵਧੇਰੇ ਕਿਹਾ ਜਾ ਸਕਦਾ ਕਿ ਧਿਆਨ ਦਿੰਦਾ। ਇਹ ਉਹਦੀ ਆਦਤ ਆ। ਸਾਦਤ ਹਸਨ ਮੰਟੋ ਦੀ ਵੀ ਜਦੋਂ ਉਹ ਗੱਲ ਕਰਦਾ, ਉਹਦੇ ਵਿੱਚ ਵੀ ਉਹ ਜਦੋਂ ਰੰਡੀਆਂ ਦੇ ਕੋਠੇ ਤੇ ਜਾਂਦਾ ਉੱਥੇ ਵੀ ਉਹ ਜਿਹੜੀ ਅੱਖਾਂ ਦੇ ਉੱਤੇ ਕਾਲੀ ਐਨਕ ਲਾ ਕੇ ਜਿਹੜੀ ਰੰਡੀ ਆਉਂਦੀ ਹੈ, ਉਸ ਦੇ ਬਾਰੇ ਜਦੋਂ ਉਹ ਗੱਲ ਕਰਦਾ ਕਿ ਮੰਟੋ ਕਿਵੇਂ ਉਸ ਦੇ ਪੱਟ ਤੇ ਹੱਥ ਮਾਰ ਕੇ ਗੱਲ ਕਰਦਾ, ਚਟਕਾਰੇ ਉਹ ਕਾਫੀ ਲਾਉਂਦਾ ਹੈਗਾ। ਇੱਕ ਗੱਲ ਹੋਰ ਸੀ ਕਿ ਆਪਣੇ ਸਿਲੇਬਸ ਦੇ ਵਿੱਚ ਹੁਸੈਨ ਚਿਹਰੇ ਪੁਸਤਕ ਲੱਗੀ ਹੋਈ ਹੈ। ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਕਿ ਇਸ ਦੇ ਵਿੱਚੋਂ ਕਹਿੰਦਾ ਕਿ 9 ਚਿਹਰੇ ਜਿਹੜੇ ਜਿਨ੍ਹਾਂ ਦੇ ਨਾਲ ਉਸ ਦਾ ਵਾਹ ਵਾਸਤਾ ਹੈ, ਜਿਨ੍ਹਾਂ ਨੂੰ ਉਹ ਨੇੜੋਂ ਜਾਣਦਾ ਹੈ, ਉਸ ਨੂੰ ਉਹਨੇ ਚਿਤਰਿਆ ਹੈ ਇਸ ਦੇ ਵਿੱਚ। ਇਸ ਤੋਂ ਇਲਾਵਾ 4-5 ਦੇ ਵਿੱਚ ਦੂਸਰੇ ਲੇਖ ਨੇ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਉਸ ਦੀ ਫੇਰੀ ਵਜੋਂ ਸਫ਼ਰਨਾਮਾ ਨੁਮਾ ਲੇਖ ਇਹਦੇ ਵਿੱਚ ਸ਼ਾਮਲ ਨੇ। ਪਰ ਜਦੋਂ ਅਸੀਂ ਦੇਖਦੇ ਹਾਂ ਇਸ ਦੇ ਵਿੱਚ 10 ਰੇਖਾ ਚਿੱਤਰ ਨੇ। ਕੀ ਕਾਰਨ ਹੈ ਕਿ ਗਾਰਗੀ ਖੁਦ ਤਾਂ 9 ਰੇਖਾ ਚਿੱਤਰ ਕਹਿੰਦਾ ਹੈ ਤੇ ਪਰ ਇਸ ਪੁਸਤਕ ਦੇ ਵਿੱਚ 10 ਰੇਖਾ ਚਿੱਤਰ ਲਿਖੇ ਹੋਏ ਨੇ। ਕੀ ਗਾਰਗੀ ਨੂੰ ਕੋਈ ਟਪਲਾ ਲੱਗਿਆ ਤੇ ਜਾਂ ਫਿਰ ਕੋਈ ਹੋਰ ਕਾਰਨ ਹੋ ਸਕਦਾ? ਦੇਖੋ, ਜਿੱਥੇ ਤੱਕ ਮੈਨੂੰ ਲੱਗਦਾ ਹੈਗਾ ਕਿ ਮੇਰੇ ਹੱਥ, ਇਹ ਵਿਦਿਆਰਥੀਆਂ ਨੇ ਵੀ ਕਈ ਵਾਰ ਸਵਾਲ ਪੁੱਛਿਆ, ਜਿੱਥੇ ਤੱਕ ਮੇਰੇ ਹੱਥ ਇਹਦੀ ਪਹਿਲੀ ਛਾਪ ਨਹੀਂ ਲੱਗੀ ਗੀ ਜਿਹੜੀ ਹਸੀਨ ਚਿਹਰੇ ਦੀ। ਮੈਨੂੰ ਲੱਗਦਾ ਮੁੱਢਲੇ ਤੌਰ ਤੇ ਆ ਜਿਹੜੇ ਇਹ 9 ਹੀ ਚਿਹਰੇ ਚਿੱਤਰੇ ਹੋਣਗੇ, ਇਹ 9 ਬੰਦਿਆਂ ਦੇ ਰੇਖਾ ਚਿੱਤਰ ਹੀ ਹੋਣਗੇ, ਕਿਉਂਕਿ ਉਹਦੇ 2006 ਦੀ ਭੂਮਿਕਾ ਦੇ ਵਿੱਚ ਇਹ ਪਹਿਲੀ ਵਾਰੀ ਇਹ ਸ਼ਾਇਦ 85 ਦੇ ਵਿੱਚ ਛਪਦੀ ਹੈ, ਤਾਂ ਉਦੋਂ 9 ਹੀ ਚਿੱਤਰੇ ਹੋਣਗੇ। ਉਦੋਂ ਬਾਅਦ ਪ੍ਰਕਾਸ਼ਕ ਕਈ ਵਾਰ ਕੀ ਕਰਦੇ ਆ ਕਿ ਨਾ ਉਹੀ ਰੱਖ ਲੈਂਦੇ ਆ, ਸ਼ਾਇਦ ਕਿਸੇ ਹੋਰ ਥਾਂ ਤੇ ਕੋਈ ਜਿਹੜਾ ਛਪਿਆ ਆਰਟੀਕਲ ਆ, ਕੋਈ ਰੇਖਾ ਚਿੱਤਰ ਉਹ ਵਿੱਚ ਪਾ ਦਿੱਤਾ ਹੋਵੇ, ਕਿਉਂਕਿ ਇਹ ਇਕੱਲੇ 9 ਚਿਹਰਿਆਂ ਦੀ ਉਹ ਗੱਲ ਕਰਦਾ, ਜਦੋਂ ਕਿ ਇਹਦੇ ਵਿੱਚ ਤਾਂ 4 ਸਫ਼ਰਨੁਮਾ ਲੇਖ ਵੀ ਸ਼ਾਮਲ ਨੇ। ਭਾਵੇਂ ਉਹਨਾਂ ਵਿੱਚ ਵੀ ਉਹਨੇ ਵਿਅਕਤੀਆਂ ਦਾ ਸੁਭਾਅ ਹੀ ਚਿੱਤਰਿਆ, ਪਰ ਉਹ ਇੰਗਲੈਂਡ ਗਿਆ, ਅਮਰੀਕਾ ਗਿਆ, ਕੈਨੇਡਾ ਗਿਆ, ਤਾਂ ਜੋ ਉਹਦਾ ਅਨੁਭਵ ਇੰਗਲੈਂਡ ਦੇ ਸ਼ਹਿਰ ਸਾਊਥਹਾਲ ਦੇ ਵਿੱਚ ਪੰਜਾਬੀਆਂ ਨੂੰ ਮਿਲ ਕੇ ਹੋਇਆ, ਜੋ ਨਿਊਯਾਰਕ ਦੇ ਵਿੱਚ ਮਿਲ ਕੇ ਪੰਜਾਬੀਆਂ ਨੂੰ ਹੋਇਆ, ਜੋ ਕੈਨੇਡਾ ਦੇ ਵਿੱਚ ਟੋਰਾਂਟੋ ਨੂੰ ਮਿਲ ਕੇ ਹੋਇਆ, ਉਹ ਉਹਨੇ ਦੱਸਿਆ। ਪਰ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ 4 ਲੇਖ ਤੇ ਇੱਕ ਜਿਹੜਾ ਰੇਖਾ ਚਿੱਤਰ ਆ ਉਹ ਬਾਹਰੋਂ ਪਾਇਆ ਗਿਆ ਹੈ। ਮੈਨੂੰ ਤਾਂ ਇਹ ਗੱਲ ਵੀ ਲੱਗਦੀ ਹੈ ਕਿ ਜਦੋਂ ਅਸੀਂ ਰੇਖਾ ਚਿੱਤਰ ਇਹਦੇ ਵਿੱਚ ਦੇਖਦੇ ਹਾਂ ਤਾਂ ਇਹਦੇ ਵਿੱਚ ਸਿਰਫ ਇੱਕ ਜਿਹੜੀ ਨਰਤਕੀ ਆ ਯਾਮਨੀ ਕ੍ਰਿਸ਼ਨਾ ਮੂਰਤੀ, ਉਸ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਰੇਖਾ ਚਿੱਤਰ ਆ ਉਹ ਪੰਜਾਬੀਆਂ ਨਾਲ ਸੰਬੰਧਿਤ ਨੇ। ਤੇ ਉਹ ਪੰਜਾਬੀ ਚਾਹੇ ਤਾਂ ਉਹ ਉਰਦੂ ਦੇ ਲੇਖਕ ਹੋਣ, ਜਿਵੇਂ ਸਾਦਤ ਹਸਨ ਮੰਟੋ, ਰਜਿੰਦਰ ਸਿੰਘ ਬੇਦੀ ਹੋਇਆ, ਚਾਹੇ ਫਿਕਰ ਤੌਸਵੀ ਹੋਇਆ, ਚਾਹੇ ਅੰਗਰੇਜ਼ੀ ਦਾ ਲੇਖਕ ਖੁਸ਼ਵੰਤ ਸਿੰਘ ਹੋਇਆ, ਤੇ ਚਾਹੇ ਉਹ ਪੰਜਾਬੀ ਦਾ ਲੇਖਕ ਸ਼ਿਵ ਕੁਮਾਰ ਹੋਇਆ, ਤੇ ਚਾਹੇ ਉਹ ਪੰਜਾਬੀ ਦਾ ਕਿਹਾ ਜਾ ਸਕਦਾ ਹੈ ਕਿ ਲੋਕਯਾਨ ਸ਼ਾਸਤਰੀ ਤੇ ਲੇਖਕ ਦਵਿੰਦਰ ਸਥਿਆਰਥੀ ਹੋਇਆ, ਤੇ ਚਾਹੇ ਉਹ ਪੰਜਾਬੀਆਂ ਨਾਲ ਹੀ ਸੰਬੰਧ ਰੱਖਦਾ ਮਹਿੰਦਰ ਸਿੰਘ ਰੰਧਾਵਾ ਹੋਵੇ, ਜਿਹੜਾ ਪ੍ਰਸ਼ਾਸਕ ਸੀ ਤੇ ਪੰਜਾਬ ਦੀ ਕਲਾ ਦਾ ਕਦਰਦਾਨ ਸੀ। ਮੈਨੂੰ ਲੱਗਦਾ ਹੈ ਕਿ ਇਹ ਮੁੱਢਲੇ ਤੌਰ ਤੇ ਤਾਂ 9 ਲੋਕਾਂ ਦੇ ਹੀ ਉਹਨੇ ਰੇਖਾ ਚਿੱਤਰ ਇਹ ਲਿਖੇ ਹੋਣਗੇ। ਇਹ 10ਵਾਂ ਜਿਹੜਾ ਪ੍ਰਕਾਸ਼ਕ ਨੇ ਸ਼ਾਇਦ ਬਾਅਦ ਦੀ ਛਾਪ ਵਿੱਚ ਪਾ ਦਿੱਤਾ ਹੋਊਗਾ, ਜਾਂ ਇਹ ਜਿਹੜੇ 4 ਲੇਖ ਆ ਉਹ ਵੀ ਰੇਖਾ ਚਿਹਰੇ ਚਿੱਤਰਾਂ ਦੇ ਵਿੱਚ ਨਹੀਂ ਆਉਂਦਾਗਾ, ਉਹ ਵੀ ਬਾਹਰੋਂ ਹੈਗੇ ਆ। ਅੱਛਾ, ਇੱਕ ਗੱਲ ਹੋਰ ਕਿ ਇਹਦੇ ਵਿੱਚ ਤਾਂ ਚਲੋ ਆਪਾਂ ਕਹਿ ਲਈਏ ਕਿ 10 ਰੇਖਾ ਚਿੱਤਰ ਨੇ, ਉਹਦੀਆਂ ਵੱਖ-ਵੱਖ ਰੇਖਾ ਚਿੱਤਰਾਂ ਦੀਆਂ ਜਿੰਨੀਆਂ ਵੀ ਪੁਸਤਕਾਂ ਨੇ, ਉਹਨਾਂ ਦੇ ਵਿੱਚ ਇਹ ਵੀ ਹੈ ਕਿ ਪਹਿਲਾਂ ਉਸ ਨੇ ਕੁਝ ਲੇਖਕਾਂ ਦੇ ਰੇਖਾ ਚਿੱਤਰ ਲਿਖੇ, ਉਸ ਤੋਂ ਬਾਅਦ ਉਹਨੇ ਉਹਨਾਂ ਹੀ ਲੇਖਕਾਂ ਦੇ ਦੁਬਾਰਾ ਰੇਖਾ ਚਿੱਤਰ ਲਿਖੇ। ਕਿ ਉਹਨਾਂ ਵੀ ਪਹਿਲਾਂ ਕਾਰਨ ਕੀ ਸੀ ਜਾਣੀ ਉਹਨਾਂ ਦਾ ਦੁਬਾਰਾ ਰੇਖਾ ਚਿੱਤਰ ਲਿਖਣ ਦਾ, ਕਿ ਪਹਿਲਾਂ ਜਦੋਂ ਅਸੀਂ ਉਹਨਾਂ ਰੇਖਾ ਚਿੱਤਰਾਂ ਨੂੰ ਪੜ੍ਹਦੇ ਹਾਂ ਉਹ ਬਿਲਕੁਲ ਹੋਰ ਨੇ, ਤੇ ਉਸ ਤੋਂ ਬਾਅਦ ਕੀ ਬੰਦੇ ਤਾਂ ਨਹੀਂ ਬਦਲਦੇ? ਕੀ ਕਾਰਨ ਸੀ ਕਿ ਗਾਰਗੀ ਨੇ ਫੇਰ ਉਹਨਾਂ ਨੂੰ ਬਦਲਤਾ? ਤੁਹਾਨੂੰ ਕੀ ਲੱਗਦਾ? ਨਹੀਂ, ਮੈਨੂੰ ਲੱਗਦਾ ਬਦਲਿਆ ਤਾਂ ਨਹੀਂ, ਪਰ ਵਿਅਕਤੀ ਦੇ ਕਈ ਵਾਰ ਕੁਝ ਪਸਾਰ ਰਹਿ ਜਾਂਦੇ ਆ, ਤੇ ਬੰਦੇ ਨੂੰ ਲੱਗਦਾ ਕਿ ਮੈਂ ਇਹ ਜਿਹੜੀਆਂ ਪਸਾਰ ਰਹਿ ਗਏ ਉਹ ਵੀ ਚਿੱਤਰ ਦੇਵਾਂ।
ਇੱਕ ਇਹ ਕਿ ਉਮਰ ਦੇ ਪੜਾਅ ਨਾਲ ਵੀ ਫਰਕ ਪੈਂਦਾ ਹੈਗਾ ਕਿ ਪਹਿਲਾਂ ਵਿਅਕਤੀਆਂ ਨੂੰ ਕਈ ਵਾਰੀ ਵਿਅਕਤੀ ਹੋਰ ਢੰਗ ਨਾਲ ਵੇਖਦੇ ਆ, ਕੁਝ ਦੇਰ ਬਾਅਦ ਹੋਰ ਢੰਗ ਨਾਲ ਵੇਖਦੇ ਆ। ਜੀਵਨ ਦੇ ਅੱਡ ਅੱਡ ਪੜਾਵਾਂ ਤੇ ਜਦੋਂ ਵੇਖਦੇ ਆ, ਅਜਿਹਾ ਕਾਰਨ ਹੋ ਸਕਦਾ ਹੈਗਾ। ਇਸ ਤੋਂ ਇਲਾਵਾ ਜਿਹੜੀ ਮਹੱਤਵਪੂਰਨ ਗੱਲ ਹੈ ਨਾ, ਮਹੱਤਵਪੂਰਨ ਗੱਲ ਜਿਹੜੀ ਗਾਰਗੀ ਦੀ ਮੈਨੂੰ ਲੱਗੀ ਕਿ ਗਾਰਗੀ ਨੂੰ ਨਾ ਨਾਂ ਰੱਖਣੇ ਆਉਂਦੇ ਆ। ਉਹਦਾ ਪੁਰਾਣਾ ਹੀ ਨਾਂ ਹੈ ਕਿ ਕੀ ਨਾਂ ਹੈਗਾ ਉਹਦਾ, ਇੱਕ ਪੁਰਾਣੇ ਰੇਖਾ ਚਿੱਤਰ ਦਾ ਨਾਂ ਹੈਗਾ, ਕਿਤਾਬ ਵੀ ਉਸ ਨਾਂ ਦੀ ਚੱਕੀ ਹੈ, ਸੁਰਮੇ ਵਾਲੀ ਅੱਖ। ਤੇ ਸੰਤੋਖ ਸਿੰਘ ਧੀਰ ਸੁਰਮਾ ਪਾਉਂਦਾ ਸੀ ਤੇ ਉਹਨੂੰ ਸੁਰਮੇ ਵਾਲੀ ਅੱਖ ਨਾਂ ਰੱਖਤਾ। ਐਵੇਂ ਹੀ ਮੈਂ ਕਿ ਉਹਨਾਂ ਨੇ ਇੱਕ ਵੀ ਬੰਦੇ ਦਾ ਸਾਹਮਣੇ ਆਉਂਦਾ ਤੁਰਿਆ ਆਉਂਦਾ ਲੱਗਦਾ ਕਿ ਭ੍ਰਿਗੂ ਰਿਸ਼ੀ ਵੀ ਦਵਿੰਦਰ ਸਥਿਆਰਥੀ ਹੋਊਗਾ। ਜਵਾਨੀ ਦਾ ਸ਼ਾਇਰ, ਐਂ ਲੱਗਦਾ ਕਿ ਜਵਾਨੀ ਦਾ ਸ਼ਾਇਰ ਕੌਣ ਹੋ ਸਕਦਾ, ਜਵਾਨੀ ਦਾ ਸ਼ਾਇਰ। ਤੇ ਜਵਾਨੀ ਦਾ ਸ਼ਾਇਰ ਸਾਨੂੰ ਲੱਗਦਾ ਕਿ ਸਾਹਿਰ ਲੁਧਿਆਣਵੀ ਤੋਂ ਬਗੈਰ ਕੌਣ ਹੋ ਸਕਦਾ। ਇਹ ਉਹਦੀ ਇੱਕ ਵਿਧੀ ਹੋਰ ਹੈ। ਨਹੀਂ, ਉਹ ਆਪਦੀ ਭੂਮਿਕਾ ਦੇ ਵਿੱਚ ਇੱਕ ਥਾਂ ਤੇ ਇਹ ਗੱਲ ਵੀ ਲਿਖਦਾ ਕਿ ਮੈਂ ਚੋਰ ਤੇ ਸਾਧ ਦੋਹਾਂ ਨੂੰ ਫੜਦਾ। ਬੰਦਾ ਇੱਕ ਟਾਈਮ ਚੋਰ ਹੁੰਦਾ, ਦੂਸਰੇ ਟਾਈਮ ਉਹ ਸਾਧ ਵੀ ਹੁੰਦਾ। ਤੇ ਕਿਤੇ ਐਂ ਤਾਂ ਨਹੀਂ ਪਹਿਲਾਂ ਉਸਨੇ ਚੋਰ ਸਥਾਪਿਤ ਕੀਤੇ ਹੋਣ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸਾਧ ਸਥਾਪਿਤ ਕਰਨ ਵਾਲੀ ਗੱਲ। ਉਹ ਇਹ ਵੀ ਕਹਿੰਦਾ ਨਾ ਇੱਕ ਜਗ੍ਹਾ ਤੇ ਕਿ ਜਿਵੇਂ ਉਰਦੂ ਦੇ ਲੇਖਕ ਤਾਂ ਜੋ ਮਰਜ਼ੀ ਲਿਖ ਸਕਦੇ ਆ, ਸ਼ਹਾਦਤ ਹਸਨ ਮੰਟੋ ਨੇ ਜੋ ਮਰਜ਼ੀ ਲਿਖਿਆ, ਪਰ ਉਹਨਾਂ ਲੇਖਕਾਂ ਦੇ ਪਿੱਛੇ ਤਾਂ ਕੋਈ ਡੰਗ ਫੜ ਕੇ ਜਾਂਦਾ ਨਹੀਂ। ਜਾਂ ਸਾਡੇ ਲੇਖਕਾਂ ਦੇ ਵਿੱਚ ਆਪਾਂ ਇਹ ਕਹਿ ਲਈਏ ਕਿ ਇੰਨੀ ਸਹਿਣਸ਼ੀਲਤਾ ਹੀ ਨਹੀਂ ਹੈ ਕਿ ਗਾਰਗੀ ਨੇ ਜੋ ਲਿਖਿਆ ਉਹਨਾਂ ਤੋਂ ਬਰਦਾਸ਼ਤ ਨਾ ਹੋਇਆ, ਰੌਲੇ ਗੋਲੇ ਦਾ ਕਾਰਨ ਨਹੀਂ। ਮੇਰਾ ਖਿਆਲ ਹੈ ਇਸ ਤਰ੍ਹਾਂ ਤਾਂ ਨਹੀਂ ਉਹਨੂੰ ਕਿ ਪਰਵਾਨੇ ਹੀ ਗਿਆ। ਸਮਾਂ ਉਲਟਾ ਇਹ ਕਿ ਵੀ ਜਿਹੜਾ ਦਵਿੰਦਰ ਸਥਿਆਰਥੀ ਉਹਦੇ ਮਗਰ ਮਗਰ ਫਿਰਦਾ ਕਿ ਮੇਰਾ ਰੇਖਾ ਚਿੱਤਰ ਲਿਖ, ਮੇਰਾ ਰੇਖਾ ਚਿੱਤਰ ਲਿਖ, ਮੈਨੂੰ ਅਮਰ ਕਰ ਦੇ, ਮੈਨੂੰ ਅਮਰ ਕਰ ਦੇ। ਵੇਖੋ, ਮੈਨੂੰ ਇਹ ਲੱਗਦਾ ਕਿ ਲੇਖਕ ਕੋਲੇ ਸੁਤੰਤਰਤਾ ਹੁੰਦੀ ਹੈ ਕਿ ਉਹ ਕਿਹੜੇ ਪਾਸੇ ਨੂੰ ਲਿਖੇ। ਮੈਨੂੰ ਜਿਵੇਂ ਲੱਗਦਾ ਕਿ ਰੇਖਾ ਚਿੱਤਰ ਸਾਰੇ ਹੀ ਉਹਦੇ ਰੇਖਾ ਚਿੱਤਰ ਪੜ੍ਹ ਕੇ ਮੈਨੂੰ ਇਹ ਲੱਗਦਾ ਕਿ ਉਹ ਸਾਰੇ ਹੀ ਜਿਹੜੇ ਵਿਅਕਤੀ ਦੇ ਪਸਾਰ ਆ, ਹਰੇਕ ਬੰਦੇ ਵਿੱਚ ਘਾਟਾਂ ਵੀ ਹੁੰਦੀਆਂ, ਕਮਜ਼ੋਰੀਆਂ ਵੀ ਹੁੰਦੀਆਂ, ਉਹ ਦੋਹਾਂ ਪੱਖਾਂ ਨੂੰ ਹੀ ਚਿੱਤਰਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਚੰਗੇ ਪੱਖ ਆ ਉਹ ਤਾਂ ਲੇਖਕ ਦੇ ਪਹਿਲਾਂ ਹੀ ਲਿਖਤ ਹੀ ਚੰਗੀ ਹੁੰਦੀ ਹੈ ਤੇ ਲਿਖਤ ਤਾਂ ਪਹਿਲਾਂ ਹੀ ਸਾਹਮਣੇ ਆਈ ਵੀ ਹੁੰਦੀ ਹੈ। ਹਾਂ, ਬਲਵੰਤ ਗਾਰਗੀ ਦਾ ਜਿਹੜਾ ਦੂਜਾ ਮੁੱਖ ਗੁਣ ਹੈ ਉਹ ਉਸ ਦੀ ਭਾਸ਼ਾ ਦਾ। ਮਲਵਈ ਭਾਸ਼ਾ ਦੇ ਵਿੱਚ ਜਿੰਨੀ ਉਸ ਦੀ ਮੁਹਾਰਤ ਹੈ, ਜਿਵੇਂ ਉਹ ਇਸ ਨੂੰ ਪਾਠਕ ਨੂੰ ਬੰਨ੍ਹਦਾ ਆਪਦੇ ਨਾਲ, ਉਸ ਦਾ ਇੱਕ ਨਮੂਨਾ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹਾਂ। ਉਹ ਰੇਸ਼ਮਾ ਦੇ ਜਦੋਂ ਰੇਖਾ ਚਿੱਤਰ ਲਿਖਦਾ ਉਹ ਕਹਿੰਦਾ ਕਿ ਰੇਸ਼ਮਾ ਦੇ ਗਾਉਣ ਦਾ ਅੰਦਾਜ਼ ਬਹੁਤ ਹੀ ਵਿਚਿੱਤਰ ਤੇ ਨਿਵੇਕਲਾ ਹੈ। ਉਹ ਸੁਰ ਦੀ ਪੂਰੀ ਸ਼ਕਤੀ ਨੂੰ ਨਿਚੋੜ ਕੇ ਇਸ ਦਾ ਰਸ ਪਿਲਾਉਂਦੀ ਹੈ। ਉਹ ਲਤਾ ਮੰਗੇਸ਼ਕਰ ਤੇ ਬੇਗਮ ਅਖਤਰ ਜਾਂ ਸੁਰਿੰਦਰ ਕੌਰ ਨਾਲ ਨਹੀਂ ਮਿਲਾਈ ਜਾ ਸਕਦੀ ਕਿਉਂਕਿ ਇਹ ਮਹਿਫਲਾਂ ਵਿੱਚ ਗਾਉਣ ਵਾਲੀਆਂ ਹਨ। ਰੇਸ਼ਮਾ ਦੀ ਆਵਾਜ਼ ਵਿੱਚ ਲਾਟਾਂ ਬਲਦੀਆਂ ਹਨ। ਅਸਲ ਦੇ ਵਿੱਚ ਤਾਂ ਇਹ ਕਿ ਜਿਹੜੇ ਬਲਵੰਤ ਗਾਰਗੀ ਆ ਨਾ, ਉਹਨੂੰ ਇਹ ਵੀ ਕਿਹਾ ਜਾਂਦਾ ਕਿ ਉਹਦੇ ਕੋਲ ਨਾ ਭਾਸ਼ਾ ਬਹੁਤ ਕਮਾਲ ਆ। ਤੇ ਭਾਸ਼ਾ ਜਿਹੜੀ ਕਮਾਲ ਆ ਉਹਦਾ ਕਾਰਨ ਇਹ ਕਿ ਵੀ ਅਸਲ ਦੇ ਵਿੱਚ ਤਾਂ ਉਹ ਮਲਵਈ ਭਾਸ਼ਾ ਜਿਹੜੀ ਉਸੇ ਨੂੰ ਹੀ ਵਾਰ-ਵਾਰ ਵਰਤਦਾ। ਇਸ ਨਾ ਰੇਖਾ ਚਿੱਤਰਾਂ ਦੀ ਕਿਤਾਬ ਵਿੱਚ ਹੀ ਨਾ ਇੱਕ ਲੇਖ ਆ, ਜਿਸ ਲੇਖ ਦੇ ਵਿੱਚ ਨਾ ਉਹਨੂੰ ਬੰਦਾ ਪੁੱਛਦਾ ਹੈ ਕਿ ਵੀ ਤੁਸੀਂ ਸਾਰੀ ਉਮਰ ਤਾਂ ਵੱਡੇ ਸ਼ਹਿਰਾਂ ਦੇ ਵਿੱਚ ਰਹੇ। ਆਪਾਂ ਨੂੰ ਪਤਾ ਹੀ ਹੈ ਕਿ ਉਹ ਲਾਹੌਰ ਪੜ੍ਹਨ ਚਲੇ ਗਏ ਸੀਗੇ ਤੇ ਲਾਹੌਰ ਹੀ ਉਹਨਾਂ ਨੇ ਉੱਥੇ ਰਾਜਨੀਤੀ ਸ਼ਾਸਤਰ 'ਚ ਇੱਕ MA ਕੀਤੀ, ਫਿਰ ਅੰਗਰੇਜ਼ੀ 'ਚ MA ਕੀਤੀ, ਫਿਰ ਨੌਕਰੀ ਉੱਥੇ ਰੇਡੀਓ ਸਟੇਸ਼ਨ 'ਤੇ ਕੀਤੀ, ਫਿਰ ਦਿੱਲੀ ਨੌਕਰੀ ਕੀਤੀ, ਬਾਅਦ ਦੇ ਵਿੱਚ ਸਿਆਟਲ ਦੇ ਵਿੱਚ ਪੜ੍ਹਾਉਂਦਾ ਰਿਹਾ, ਫਿਰ ਬਾਅਦ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਕੁਛ ਦੇਰ ਡਰਾਮਾ ਡਿਪਾਰਟਮੈਂਟ ਦੇ ਵਿੱਚ ਪੜ੍ਹਾਇਆ। ਪਰ ਵੱਡਾ ਸ਼ਹਿਰ ਦਿੱਲੀ ਜ਼ਿਆਦਾ ਦੇਰ ਰਹੇ। ਤਾਂ ਵੀ ਤੂੰ ਪਿੰਡਾਂ ਦੀ ਭਾਸ਼ਾ ਕਿਵੇਂ ਲਿਖ ਲੈਣਾ? ਤੇ ਉਹਨਾਂ ਨੇ ਆਪ ਹੀ ਇੱਕ ਦੇ ਵਿੱਚ ਲਾਈਨਾਂ ਨੇ ਕਿ ਉਹਨਾਂ ਨੇ ਆਪ ਹੀ ਕਿਹਾ ਕਿ ਮੈਂ ਸਹਿਣੇ ਪਿੰਡ ਦੇ ਵਿੱਚ ਜੰਮਿਆ, ਬਠਿੰਡੇ ਦੇ ਰੇਤਲੇ ਟਿੱਬਿਆਂ ਦੇ ਵਿੱਚ ਮੈਂ ਪੜ੍ਹਿਆ। ਅਸਲ ਦੇ ਵਿੱਚ ਤਾਂ ਇਹਦਾ ਜਿਹੜਾ ਬਾਪ ਹੈ ਨਾ ਉਹ ਨਹਿਰੀ ਮਹਿਕਮੇ ਦੇ ਵਿੱਚ ਬਾਬੂ ਸੀਗਾ ਤੇ ਉਸ ਕਰਕੇ ਨਹਿਰੀ ਕੋਠੀ ਦੇ ਵਿੱਚ ਉੱਥੇ ਜਨਮ। ਤੇ ਉਸ ਤੋਂ ਬਾਅਦ ਬਠਿੰਡੇ ਦੇ ਵਿੱਚ ਰਿਹਾ 12 ਸਾਲ ਤੱਕ। ਕਹਿੰਦਾ ਮੈਂ ਮਾਂ ਦੇ ਦੁੱਧ ਨਾਲ ਪੰਜਾਬੀ ਸਿੱਖੀ ਹੈ। ਤਾਂ ਉਹ ਜਦੋਂ ਸ਼ਬਦ ਚੁਣਦਾ ਨਾ ਤਾਂ ਸ਼ਬਦ ਚੁਣਨ ਸਮੇਂ ਨਾ ਉਹ ਇੱਕ ਨਾ ਵੇਗਮਈ ਸ਼ਬਦ ਪੰਜਾਬੀ ਦਾ ਰਸ ਮੈਂ ਕਿ ਰਸ ਘੋਲ ਕੇ ਜਿਹੜਾ ਉਹਨੇ ਪੀਤਾ ਉਹਨੂੰ ਫਿਰ ਉਜਾਗਰ ਕਰਦਾ। ਜਿਵੇਂ ਹੁਣ ਇਸ ਦੀ ਆਖਰੀ ਲਾਈਨ ਹੈ ਜਿਹੜਾ ਤੁਸੀਂ ਪਹਿਰਾ ਵਿੱਚੋਂ ਪੜ੍ਹਿਆ ਸੀਗਾ, ਕਹਿੰਦਾ ਵੀ ਲਾਟਾਂ ਬਲਦੀਆਂ। ਹੁਣ ਇਹ ਲਾਟਾਂ ਬਲਣੀਆਂ ਜਿਹੜੀਆਂ ਇਹ ਅੱਗ ਬਾਲਣ ਨਾਲੋਂ ਵੱਖਰੀਆਂ। ਜਿਹੜੀਆਂ ਲਾਟਾਂ ਬਲਣੀਆਂ ਇਸੇ ਤਰ੍ਹਾਂ ਦੇ ਵਾਰ-ਵਾਰ ਆਉਂਦਾ ਕਿਤੇ ਸ਼ਬਦ ਵਰਤਦਾ ਉਹ ਚੰਗਿਆੜੇ ਨਿਕਲਦੇ ਆ। ਤਾਂ ਮਲਵਈ ਭਾਸ਼ਾ ਦੀ ਜਿਹੜੀ ਠੇਠਤਾ ਹੈ, ਮਲਵਈ ਭਾਸ਼ਾ ਦੀ ਜਿਹੜੇ ਸ਼ਬਦ ਨੇ ਉਹਨਾਂ ਨੂੰ ਉਹ ਆਪਣੇ ਜਜ਼ਬਿਆਂ ਨੂੰ ਆਵਾਜ਼ ਦੇਣ ਲਈ, ਆਪਣੇ ਜਜ਼ਬਿਆਂ ਨੂੰ ਪੇਸ਼ ਕਰਨ ਲਈ ਵਰਤਦਾ ਹੈ। ਇਹ ਉਹਦੀ ਖਾਸੀਅਤ ਹੈ, ਉਹਦੀ ਅਮੀਰੀ ਆ। ਇਕੱਲੀ ਇੰਨੀ ਨਹੀਂ, ਉਹ ਇਹੀ ਸ਼ਬਦ ਹੀ ਨਹੀਂ ਵਰਤਦਾ ਗਾ,
ਕੜਾਕਾ ਸਿੰਘ, ਉਹਦਾ ਤੁਸੀਂ ਨਾਂ ਦੇਖੋ, ਨਾ ਉਹ ਕਿਸ ਤਰ੍ਹਾਂ ਰੱਬ ਦਾ ਘੱਗਰਾ, ਉਹ ਜਿਵੇਂ ਰੱਬ ਜਿਵੇਂ, ਹਾਂ ਜਿਵੇਂ ਉਹ ਬਠਿੰਡੇ ਲਈ ਮੈਂ ਕਿ ਬਿੰਬ ਦਿੰਦਾ ਹੈਗਾ ਕਿ ਵੀ ਰੱਬ ਦਾ ਘੱਗਰਾ, ਮੈਂ ਕਿ ਜਿਹੜੇ ਉਹਦੇ ਥਰਮਲ ਪਲਾਂਟ ਦੇ ਕੂਲਿੰਗ ਟਾਵਰ। ਅਸਲ ਦੇ ਵਿੱਚ ਤਾਂ ਇਹ ਕਿ ਬਲਵੰਤ ਗਾਰਗੀ ਕੋਲ ਭਾਸ਼ਾ ਦੀ ਬਹੁਤ ਅਮੀਰੀ ਆ ਤੇ ਉਸ ਭਾਸ਼ਾ ਦੀ ਅਮੀਰੀ ਨੂੰ ਉਹ ਖੁੱਲ੍ਹ ਕੇ ਵਰਤਦਾ ਵੀ ਹੈ। ਬਿਲਕੁਲ ਇਹ ਠੀਕ ਤੁਸੀਂ ਗੱਲ ਪਕੜੀ ਹੈ। ਇਹੀ ਨਹੀਂ ਬਲਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਪੰਜਾਬੀ ਦੇ ਸੋਹਜ ਸਵਾਦਾਂ ਨੂੰ ਵੀ ਵਾਰ-ਵਾਰ ਆਪਣੇ ਨਾਟਕਾਂ ਦੇ ਵਿੱਚ ਵੀ ਲੈ ਕੇ ਆਉਂਦਾ ਏ, ਤੇ ਉਹ ਰੇਖਾ ਚਿੱਤਰਾਂ ਦੇ ਵਿੱਚ ਵੀ, ਜਾਂ ਆਪਾਂ ਕਹਿ ਲਈਏ ਸਫ਼ਰਨਾਮਾ ਨੂਮਾ ਲੇਖਾਂ ਦੇ ਵਿੱਚ ਵੀ ਇਸ ਗੱਲ ਦਾ ਉਸਨੇ ਉਹਦੀ ਆਪਾਂ ਕਹਿ ਲਈਏ ਕਿ ਉਹਦੀ ਵਿਧੀ ਵਜੋਂ ਵੀ ਉਹ ਲੈ ਕੇ ਆਉਂਦਾ ਹੈਗਾ। ਤੇ ਉਹ ਵਾਰ-ਵਾਰ ਕਦੇ ਅੰਬ ਦੇ ਅਚਾਰ ਦੀ ਗੱਲ ਕਰਦਾ ਹੈ, ਕਦੇ ਪਿੰਨੀਆਂ ਦੀ ਮਹਿਕ ਦੀ ਗੱਲ ਕਰਦਾ ਏ, ਬਦਾਮਾਂ ਦੀ ਗੱਲ ਕਰਦਾ ਏ। ਪੰਜਾਬੀ ਖਾਣਿਆਂ ਦੇ ਵਿੱਚੋਂ ਖਾਸ ਕਰਕੇ ਮੂੰਗੀ ਦੀ ਦਾਲ ਨੂੰ ਲਾਲ ਮਿਰਚ ਦਾ ਤੜਕਾ, ਮਤਲਬ ਜਿਸ ਤਰ੍ਹਾਂ ਭਾਵਾਂ ਦਾ ਤੜਕਾ ਲਾਉਂਦਾ, ਉਹ ਪੰਜਾਬੀ ਜ਼ੁਬਾਨ ਦਾ ਵੀ ਤੜਕਾ ਉਹ ਬਹੁਤ ਹੀ ਕਮਾਲ ਦਾ ਲਾਉਂਦਾ ਹੈਗਾ। ਇਹ ਉਹਦੀ ਖਾਸੀਅਤ ਹੈਗੀ ਆ ਕਿ ਉਹ ਪੰਜਾਬ ਦੇ ਜਿਹੜਾ ਮਲਵਈ ਅਵਚੇਤਨਾ, ਪੰਜਾਬੀ ਅਵਚੇਤਨਾ ਨੂੰ ਟੁੰਬਣ ਲਈ ਜਿਹੜੇ ਇਕੱਲਾ ਉਹ ਦ੍ਰਿਸ਼ ਬਿੰਬ ਹੀ ਨਹੀਂ ਸਿਰਜਦਾ, ਉਹ ਸਵਾਦ ਬਿੰਬਾਂ ਤੇ ਗੰਧ ਬਿੰਬਾਂ ਨੂੰ ਵੀ ਨਾਲੋਂ ਨਾਲ ਲੈ ਕੇ ਜਾਂਦਾ। ਤੇ ਜਿਹੜੇ ਗੰਧ ਬਿੰਬ ਨੇ ਉਹੀ ਜਿਹੜੀ ਤੁਸੀਂ ਪਿੰਨੀਆਂ ਦੀ ਗੱਲ ਕੀਤੀ ਆ ਕਿ ਪਿੰਨੀਆਂ ਦੀ ਮਿੱਠੀ ਮਹਿਕ ਆ। ਤਾਂ ਮੈਨੂੰ ਇਹ ਲੱਗਦਾ ਕਿ ਜਿਹੜੇ ਚੰਗੇ ਸਾਹਿਤਕਾਰ ਹੁੰਦੇ ਆ ਨਾ, ਉਹਨਾਂ ਕੋਲ ਇਹ ਸਮਰੱਥਾ ਪਈ ਹੁੰਦੀ ਆ ਕਿ ਉਹ ਇਸ ਕਿਸਮ ਦੇ ਬਿੰਬਾਂ ਨੂੰ ਉਜਾਗਰ ਕਰ ਸਕਣ। ਇਸੇ ਕਰਕੇ ਉਹ ਮਾਹਾਂ ਦੀ ਦਾਲ ਦਾ ਤੜਕਾ, ਭੁੰਨਿਆ ਮੁਰਗਾ, ਇਹਨਾਂ ਸ਼ਬਦਾਂ ਤੇ ਬਹੁਤ ਜ਼ਿਆਦਾ ਜ਼ੋਰ ਦਿੰਦਾ ਹੈ। ਇਹਦੇ ਨਾਲ ਉਹ ਲੋਕਾਂ ਦੇ ਮਨਾਂ ਅੰਦਰ ਇੱਕ ਉਤੇਜਨਾ ਵੀ ਜਗਾਉਂਦਾ ਹੈ। ਮੇਰਾ ਖਿਆਲ ਕੁਛ ਤਾਂ ਉਹ ਨਾਟਕਕਾਰ ਹੋਣ ਕਰਕੇ ਉਸ ਦੇ ਇਹਨਾਂ ਰੇਖਾ ਚਿੱਤਰਾਂ ਦੇ ਵਿੱਚ ਨਾਟਕੀਅਤਾ ਤੇ ਕਹਾਣੀ ਰਸ ਦੋਨੋਂ ਵਿਦਮਾਨ ਰਹਿੰਦੀਆਂ ਨੇ, ਇਹ ਜਿਸ ਦੇ ਨਾਲ ਜਿਹੜਾ ਪਾਠਕ ਹੈ ਉਹ ਪੂਰਾ ਬੱਝਿਆ ਰਹਿੰਦਾ ਹੈਗਾ। ਬਿਲਕੁਲ ਬਿਲਕੁਲ ਬਿਲਕੁਲ, ਇਹ ਉਹਦਾ ਨਾ ਲੱਛਣ ਹੀ ਆ ਕਿ ਕਹਾਣੀ ਕਹਿਣੀ। ਮੈਂ ਕਿ ਕਹਾਣੀ ਕਹਿਣੀ ਵੀ, ਮੈਂ ਕਿ ਹੁਣ ਕਹਾਣੀ ਉਹ ਕਿਵੇਂ ਕਰਦਾ, ਮੈਂ ਕਿ ਨਾਟਕੀ ਅੰਦਾਜ਼ 'ਚ ਕਿਵੇਂ ਕਰਦਾ। ਨਰਤਕੀ ਜਦੋਂ ਕ੍ਰਿਸ਼ਨਾ ਯਾਮਨੀ ਮੂਰਤੀ ਦੀ ਗੱਲ ਕਰਦਾ ਤਾਂ ਸ਼ੁਰੂ ਹੀ ਕਿਸ ਗੱਲ ਨਾਲ ਕਰਦਾ, ਕਰੰਬ ਨਾਲ ਹੀ ਇਹ ਗੱਲ ਕਰਦੀ ਆ ਕਿ ਮੇਰੇ ਟਰੰਕ ਚੋਰੀ ਹੋ ਗਏ, ਮੇਰੇ ਕਾਸਟਿਊਮ ਦੇ, ਮੇਰੇ ਪੋਸ਼ਾਕਾਂ ਦੇ ਟਰੰਕ ਚੋਰੀ ਹੋ ਗਏ। ਤੇ ਬੰਦਾ ਇੱਕਦਮ ਹੀ ਕਹਿੰਦਾ ਵੀ ਕੀ ਟਰੰਕ ਚੋਰੀ ਹੋ ਗਏ। ਬੰਦੇ ਨੂੰ ਜਾਣਨ ਦੀ ਉਤਸੁਕਤਾ ਪੈਦਾ ਹੋ ਜਾਂਦੀ ਆ ਕਿ ਟਰੰਕ ਚੋਰੀ ਹੋ ਗਏ, ਇਹ ਮਿਲਣਗੇ ਕਿ ਨਹੀਂ ਮਿਲਣਗੇ, ਇਹ ਉਹਨੂੰ ਕਿਵੇਂ ਮਿਲਣਗੇ, ਉਹਦੇ ਟਰੰਕ ਚੋਰੀ ਹੋਣਾ ਕਿੱਡੀ ਕੁ ਮਹੱਤਵਪੂਰਨ ਗੱਲ ਆ। ਇਹ ਉਹ ਉਤਸੁਕਤਾ ਜਗਾਉਂਦਾ, ਇਹ ਨਾਟਕੀ ਆਰੰਭ ਕਰਕੇ ਤੇ ਕਹਾਣੀ ਪਾ ਕੇ ਜਗਾਉਂਦਾ। ਇਹੀ ਗੱਲ ਤੇ ਖੁਸ਼ਵੰਤ ਸਿੰਘ ਵਾਲੇ ਆਪਣੇ ਰੇਖਾ ਚਿੱਤਰ ਦੇ ਵਿੱਚ ਵੀ ਮਿਲਦੀ ਹੈ ਕਿ ਰੇਖਾ ਚਿੱਤਰ ਦਾ ਆਰੰਭ ਵੀ ਉਹ ਇਸ ਗੱਲ ਨਾਲ ਕਰਦਾ ਕਿ ਇੱਕ ਔਰਤ ਆਈ ਤੇ ਉਹ ਖੜਾ ਨਹੀਂ ਛੱਡਦੀ ਖੁਸ਼ਵੰਤ ਸਿੰਘ ਦਾ ਕਿ ਮੈਂ ਰੰਡੀਆਂ ਦਾ ਆਧਾਰ ਕਰਨਾ ਹੈ, ਮੈਂ ਜਿਹੜੀਆਂ ਵੇਸਵਾ ਔਰਤਾਂ ਉਹਨਾਂ ਨੂੰ ਪੁਨਰ ਵਸਾਉਣਾ ਹੈ। ਤਾਂ ਉਹਦਾ ਜਿਹੜਾ ਆਰੰਭ ਹੀ ਆ ਉਹ ਉਤੇਜਨਾਜਨਕ ਆਰੰਭ ਹੀ ਆ, ਜਿਹੜਾ ਉਹ ਮੁੜ ਕੇ ਬਾਅਦ ਦੇ ਵਿੱਚ ਤੋੜਾ ਕਿੱਥੇ ਝੜਦਾ, ਤੋੜਾ ਇਸ ਗੱਲ ਤੇ ਝੜਦਾ ਕਿ ਇਹਨਾਂ ਦਾ ਆਧਾਰ ਤਾਂ ਆਪਣੇ ਆਪ ਹੀ ਹੋ ਜਾਣਾ। ਤੇ ਕਾਰਨ ਕੀ ਦੱਸਦਾ ਖੁਸ਼ਵੰਤ ਸਿੰਘ ਨੇ ਹੱਸਦੇ ਹੋਏ ਨੇ ਆਖਿਆ ਕਿ ਜਿਹੜੇ ਮੱਧ ਵਰਗ ਦੀ ਉੱਚ ਸੁਸਾਇਟੀ ਦੀਆਂ ਕੁੜੀਆਂ ਉਹ ਇਸ ਖੇਤਰ ਵਿੱਚ ਆ ਗਈਆਂ। ਤਾਂ ਇੱਕ ਢੰਗ ਨਾਲ ਕੀ ਆ, ਉਹ ਕਹਾਣੀ ਇਸ ਢੰਗ ਨਾਲ ਬੁਣ ਦਿੰਦਾ ਕਿ ਪਾਠਕ ਦੇ ਮਨ ਅੰਦਰ ਉਤਸੁਕਤਾ ਪੈਦਾ ਹੋ ਜਾਂਦੀ ਹੈ। ਯਾਮਨੀ ਕ੍ਰਿਸ਼ਨਾ ਮੂਰਤੀ ਦੇ ਵਿੱਚ ਵੀ ਪਾਠਕ ਸਾਹ ਰੋਕ ਕੇ ਬੈਠਾ ਰਹਿੰਦਾ, ਜਦੋਂ ਇਉਂ ਲੱਗਦਾ ਪਤਾ ਨਹੀਂ ਲੱਗਦਾ ਕਿ ਯਾਮਨੀ ਕ੍ਰਿਸ਼ਨਾ ਮੂਰਤੀ ਆਏਗੀ ਕਿ ਨਹੀਂ, ਜਦੋਂ ਕਿ ਗਾਰਗੀ ਨੂੰ ਤਾਂ ਪਤਾ ਹੈ ਕਿ ਯਾਮਨੀ ਕ੍ਰਿਸ਼ਨਾ ਮੂਰਤੀ ਆਏਗੀ। ਪਰ ਜਿਸ ਤਰ੍ਹਾਂ ਉਹ ਉਹਦੀ ਐਂਟਰੀ ਕਰਾਉਂਦਾ ਹੈ, ਉਹ ਇੰਨੀ ਜਾਨਦਾਰ ਕਰਾਉਂਦਾ ਹੈਗਾ ਵੀ ਇੱਕ ਇੰਨਾ ਨਾਟਕੀ ਉਹ ਬਣ ਜਾਂਦਾ ਕਿ ਪਾਠਕ ਸਾਹ ਰੋਕ ਕੇ ਬੈਠਾ ਰਹਿੰਦਾ, ਜਿਵੇਂ ਇੱਕ ਫਿਲਮ ਦਾ ਸੀਨ ਉਹਦੇ ਸਾਹਮਣੇ ਚੱਲਦਾ ਹੁੰਦਾ। ਬੇਸਿਕਲੀ ਕਿਉਂਕਿ ਉਹ ਉਸ ਖੇਤਰ ਦਾ ਬੰਦਾ ਹੈਗਾ। ਬਿਲਕੁਲ ਬਿਲਕੁਲ, ਮੈਨੂੰ ਇਹ ਵੀ ਲੱਗਦਾ ਹੈਗਾ ਕਿ ਜਿਹੜਾ ਬਲਵੰਤ ਗਾਰਗੀ ਦੀ ਜਦੋਂ ਅਸੀਂ ਵਾਰਤਕ ਦੀ ਗੱਲ ਕਰਦੇ ਹਾਂ ਨਾ, ਕਿ ਵਾਰਤਕ ਇਸ ਕਾਰਨ ਕਰਕੇ ਵੀ ਉਹਦੀ ਬਹੁਤ ਸਾਨੂੰ ਖਿੱਚ ਪਾਉਂਦੀ ਆ ਜਾਂ ਟੁੰਬਦੀ ਆ, ਖਾਸ ਕਰਕੇ ਸਾਡੀ ਪੀੜ੍ਹੀ ਨੂੰ ਹੀ ਨਹੀਂ, ਸਾਡੇ ਤੋਂ ਪਹਿਲੀ ਪੀੜ੍ਹੀ ਨੂੰ ਵੀ। ਉਹਦਾ ਕਾਰਨ ਇਹ ਕਿ ਬਲਵੰਤ ਗਾਰਗੀ ਨੂੰ ਉਹਨਾਂ ਵਿਅਕਤੀਆਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਆਪਣੀ ਉਮਰ ਕਰਕੇ ਤੇ ਆਪਦੇ ਰਹਿਣ ਸਥਾਨਾਂ ਕਰਕੇ, ਕਿਉਂਕਿ ਉਹ ਪੰਜਾਬ ਦੇ ਦੋ ਹੀ ਵੱਡੇ ਕੇਂਦਰ ਸੀ, ਇੱਕ ਲਾਹੌਰ ਤੇ ਇੱਕ ਕਿਹਾ ਜਾ ਸਕਦਾ ਅੰਮ੍ਰਿਤਸਰ। ਪਰ ਜਿਹੜਾ ਲਾਹੌਰ ਆ ਉਹ ਕਲਚਰ ਦਾ ਕੇਂਦਰ ਸੀਗਾ ਤੇ ਲਾਹੌਰ ਹੀ ਉਹ ਪੜ੍ਹਿਆ, ਲਾਹੌਰ ਹੀ ਉਹ ਰਹਿੰਦਾ ਰਿਹਾ। ਤੇ ਬਾਅਦ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਸ਼ਹਿਰ ਬਣ ਗਿਆ ਉਹ ਦਿੱਲੀ ਬਣ ਗਿਆ ਤੇ ਦਿੱਲੀ ਹੋ ਰਿਹਾ। ਉੱਥੇ ਹੀ ਕਰਤਾਰ ਸਿੰਘ ਦੁੱਗਲ ਸੀ, ਉੱਥੇ ਹੀ ਅੰਮ੍ਰਿਤਾ ਪ੍ਰੀਤਮ ਸੀ, ਉੱਥੇ ਹੀ ਖੁਸ਼ਵੰਤ ਸਿੰਘ ਸੀ, ਜੇ ਖੁਦ ਉੱਥੇ ਬਲਵੰਤ ਗਾਰਗੀ ਸੀ। ਇਸ ਤੋਂ ਬਾਅਦ ਫਿਰ ਇਹ ਕਿ ਜੇ ਰਾਜਧਾਨੀ ਬਣਦੀ ਹੈ ਤਾਂ ਚੰਡੀਗੜ੍ਹ ਬਣਦੀ ਹੈ, ਤੇ ਚੰਡੀਗੜ੍ਹ ਵੀ ਆਉਂਦਾ। ਦੁਨੀਆ ਭਰ ਉਹਨੇ ਗਾਇਆ ਤੇ ਦੁਨੀਆ ਭਰ ਦੇ ਪੰਜਾਬੀਆਂ ਨਾਲ, ਵੱਡੇ ਪੰਜਾਬੀਆਂ ਨਾਲ ਮੇਲ ਜੋਲ ਸੀ ਉਹਦਾ, ਚਾਹੇ ਸਾਦਤ ਹਸਨ ਮੰਟੋ ਹੋਵੇ, ਚਾਹੇ ਰੇਸ਼ਮਾ ਹੋਵੇ, ਚਾਹੇ ਖੁਸ਼ਵੰਤ ਸਿੰਘ ਹੋਵੇ, ਚਾਹੇ ਸ਼ਿਵ ਕੁਮਾਰ ਹੋਵੇ।
ਤਾਂ ਵੱਡੇ ਬੰਦਿਆਂ ਨਾਲ ਵੱਡਾ ਰਾਈਟਰ ਹੋਣ ਕਰਕੇ ਜਿਹੜਾ ਬੈਠਣਾ ਉੱਠਣਾ ਸੀ, ਇਸ ਕਾਰਨ ਕਰਕੇ ਵੀ ਉਹਦੀ ਲਿਖਤ ਦੇ ਵਿੱਚ ਇੱਕ ਤਾਂ ਖਿੱਚ ਪੈਦਾ ਹੁੰਦੀ। ਦੂਜੀ ਇੱਕ ਉਹਦੀ ਲਿਖਤ ਦੇ ਵਿੱਚ ਖਿੱਚ ਪੈਦਾ ਹੋਣ ਦਾ ਕਾਰਨ ਹੋਰ ਵੀ ਆ ਕਿ ਜਿਹੜਾ ਬਲਵੰਤ ਗਾਰਗੀ ਆ ਉਹ ਉਸ ਪੜਾਅ ਤੇ ਪਹੁੰਚ ਚੁੱਕਿਆ ਸੀ ਕਿ ਜਿਸ ਪੜਾਅ ਤੇ ਉਹਦੀਆਂ ਗੱਲਾਂ ਦਾ ਜੇ ਕੋਈ ਗੁੱਸਾ ਵੀ ਕਰ ਲੇ ਤਾਂ ਉਹਦਾ ਕੋਈ ਨਹੀਂ ਕੁਝ ਵਿਗਾੜ ਸਕਦਾ ਸੀ। ਉਮਰ 'ਚ ਵੀ ਵੱਡਾ ਸੀ, ਲੇਖਕ ਵੀ ਵੱਡਾ ਸੀ, ਗੱਲ ਕਹਿਣ ਦੀ ਜੁਗਤ ਵੀ ਸੀ। ਤਾਂ ਉਸ ਜੁਗਤ ਕਰਕੇ ਉਹਦੇ ਜਿਹੜੇ ਰੇਖਾ ਚਿੱਤਰ ਆ ਉਹ ਬਹੁਤ ਸਲਾਹੇ ਗਏ, ਬਹੁਤ ਪੜ੍ਹੇ ਗਏ। ਠੀਕ ਆ, ਕੁਝ ਆਲੋਚਨਾ ਵੀ ਹੁੰਦੀ ਉਹ ਸਮਕਾਲੀਆਂ ਵੱਲੋਂ, ਪਰ ਇਹ ਕਿ ਮੇਰਾ ਖਿਆਲ ਕਿ ਉਦੋਂ ਬਾਅਦ ਕੁਲਵੀਰ ਸਿੰਘ ਕਾਂਗ ਨੇ ਵੀ ਰੇਖਾ ਚਿੱਤਰ ਲਿਖੇ, ਅਜੀਤ ਕੌਰ ਨੇ ਵੀ ਰੇਖਾ ਚਿੱਤਰ ਲਿਖੇ, ਕੁਲਦੀਪ ਸਿੰਘ ਧੀਰ ਨੇ ਵੀ ਰੇਖਾ ਚਿੱਤਰ ਲਿਖੇ। ਰੇਖਾ ਚਿੱਤਰ ਦਾ ਉਦੋਂ ਬਾਅਦ ਕਾਵ ਰੇਖਾ ਚਿੱਤਰ ਦਾ ਵੀ ਇੱਕ ਰਿਵਾਜ ਚੱਲਿਆ ਕਿ ਕਵਿਤਾ ਦੇ ਵਿੱਚ ਰੇਖਾ ਚਿੱਤਰ ਲਿਖੇ ਜਾਣ। ਗੁਰਬਚਨ ਨੇ ਵੀ ਰੇਖਾ ਚਿੱਤਰ ਲਿਖੇ, ਤੇ ਦਾਸ ਵੀ ਰੇਖਾ ਚਿੱਤਰ ਲਿਖਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਪਰ ਰੇਖਾ ਚਿੱਤਰ ਲਿਖਣ ਲਈ ਜਿਸ ਕਿਸਮ ਦੀ ਤੁਹਾਡੀ ਲੇਖਕ ਨਾਲ, ਕਲਾਕਾਰ ਨਾਲ ਜਿਹਦਾ ਤੁਸੀਂ ਰੇਖਾ ਚਿੱਤਰ ਲਿਖਣਾ ਹੈ, ਉਹਦੇ ਪ੍ਰਤੀ ਜਿਸ ਕਿਸਮ ਦੀ ਤੁਹਾਡੀ ਨੇੜਤਾ ਹੋਣੀ ਚਾਹੀਦੀ ਆ, ਉਹ ਬਲਵੰਤ ਗਾਰਗੀ ਨੂੰ ਨੇੜਤਾ ਨਸੀਬ ਸੀ। ਇਸ ਕਾਰਨ ਕਰਕੇ ਮੈਨੂੰ ਲੱਗਦਾ ਹੈ ਕਿ ਉਹ ਅੰਦਰਲੀਆਂ ਗੱਲਾਂ ਦਾ ਭੇਤੀ ਸੀ, ਰਾਜਦਾਰ ਸੀ। ਹੁਣ ਜਿਸ ਤਰ੍ਹਾਂ ਆਪਾਂ ਉਹ ਰੇਖਾ ਚਿੱਤਰ ਖਿੱਚਦਾ ਯਾਮਿਨੀ ਕ੍ਰਿਸ਼ਨਾ ਮੂਰਤੀ ਦਾ, ਉਹ ਪਹਿਲਾਂ ਉਹਦੀ ਕੋਈ ਉਸ ਤਰ੍ਹਾਂ ਦੀ ਉਹਦੇ ਨਾਲ ਨੇੜਤਾ ਭਾਵੇਂ ਨਹੀਂ ਹੈ, ਜਾਂ ਰੇਖਾ ਚਿੱਤਰ ਦੇ ਵਿੱਚ ਵੀ ਉਹ ਜਿਸ ਤਰ੍ਹਾਂ ਸਾਰਾ ਉਹ ਚਿੱਤਰ ਖਿੱਚਦਾ, ਬਲਕਿ ਉਹ ਇੱਕ ਜਗ੍ਹਾ ਤੇ ਮੈਨੂੰ ਤਾਂ ਐਵੇਂ ਵੀ ਲੱਗਦਾ ਕਈ ਵਾਰ ਕਿ ਕਿਉਂਕਿ ਉਹ ਨਾਟਕ ਦਾ ਬੰਦਾ ਹੋਣ ਕਰਕੇ ਉਹ ਸਾਰਾ ਕੁਝ ਮੰਚ ਤੇ ਘਟਦਾ ਦੇਖਦਾ ਹੈ। ਜਦੋਂ ਉਹ ਯਾਮਿਨੀ ਕ੍ਰਿਸ਼ਨਾ ਮੂਰਤ ਦੀ ਕਾਸਟਿਊਮ ਦੀ ਵੀ ਗੱਲ ਕਰਦਾ ਹੈ ਜਾਂ ਉਹਦੀ ਐਂਟਰੀ ਦੀ ਗੱਲ ਕਰਦਾ, ਇਸ ਦੇ ਨਾਲ ਹੀ ਜਦੋਂ ਉਹਦਾ ਝੁਮਕਾ ਹਿਲਦਾ ਤੇ ਉਹ ਕਹਿੰਦਾ ਵੀ ਜਿਹੜਾ ਉਹਦਾ ਸਿਨੇਮੈਟੋਗ੍ਰਾਫਰ ਹੈ ਕਿ ਇਹ ਝੁਮਕਾ ਨਹੀਂ ਹਿੱਲਣਾ ਚਾਹੀਦਾ, ਤਾਂ ਉਹ ਕਹਿੰਦੀ ਹੈ ਕਿ ਮੇਰਾ ਝੁਮਕਾ ਜਿੰਦਾ ਹੈ। ਮਤਲਬ ਉਸ ਤੋਂ ਬਾਅਦ ਯਾਮਿਨੀ ਕ੍ਰਿਸ਼ਨਾ ਮੂਰਤੀ ਦਾ ਜਿਹੜਾ ਇਹ ਵਾਕ ਜਿਹੜਾ ਕਿ ਗਾਰਗੀ ਨੇ ਅਖਵਾਇਆ, ਉਹ ਪਾਠਕ ਦੇ ਮਨ ਦੇ ਚਿੱਤਰਪਟ ਤੇ ਬੈਠ ਜਾਂਦਾ ਤੇ ਯਾਮਿਨੀ ਕ੍ਰਿਸ਼ਨਾ ਮੂਰਤੀ ਪਾਸੇ ਰਹਿ ਜਾਂਦੀ ਹੈ, ਬਲਕਿ ਉਸ ਦਾ ਜਿਹੜਾ ਝੁਮਕਾ ਉਹ ਸਾਨੂੰ ਬਿਲਕੁਲ ਨਾ ਸਜੰਦ ਰੂਪ ਦੇ ਵਿੱਚ ਹਿਲਦਾ ਨਜ਼ਰ ਆਉਂਦਾ। ਬਿਲਕੁਲ ਗਾਰਗੀ ਜਿਹੜਾ ਦ੍ਰਿਸ਼ ਚਿੱਤਰਨ ਦੇ ਵਿੱਚ ਮਾਹਰ ਆ, ਦ੍ਰਿਸ਼ ਚਿੱਤਰਨ ਦੇ ਵਿੱਚ ਮਾਹਰ ਆ, ਬਿੰਬ ਸਿਰਜਣ ਦੇ ਵਿੱਚ ਮਾਹਰ ਆ, ਢੁਕਵੇਂ ਪ੍ਰਤੀਕ ਦੇ ਰਾਹੀਂ ਗੱਲ ਕਹਿਣ ਦੇ ਵਿੱਚ ਮਾਹਰ ਆ, ਭਾਸ਼ਾ ਉਹਦੇ ਕੋਲੇ ਬਹੁਤ ਅਮੀਰ ਆ, ਲੋਕਾਂ ਦੇ ਨਾਲ ਉਹਦਾ ਕਿਹਾ ਜਾ ਸਕਦਾ ਕਿ ਵਾਹ ਵਾਸਤਾ ਬਹੁਤ ਕਿਹਾ ਜਾ ਸਕਦਾ ਕਿ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰਾਂ ਨਾਲ ਉਹਦਾ ਵਾਹ ਵਾਸਤਾ ਸੀ। ਇਸੇ ਕਰਕੇ ਜਿਹੜੇ ਉਹਦੇ ਰੇਖਾ ਚਿੱਤਰ ਨੇ ਉਹ ਪੰਜਾਬੀ ਰੇਖਾ ਚਿੱਤਰ ਸਾਹਿਤ ਵਿੱਚ ਇੱਕ ਮੀਲ ਪੱਥਰ ਰੱਖਦੇ ਆ, ਇੱਕ ਵੱਡਾ ਸਥਾਨ ਰੱਖਦੇ ਆ। ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀ, ਉਹ ਜਿਹੜਾ ਚਾਹੇ ਕਾਮ ਨੂੰ ਚਾਹੇ ਸ਼ਰਾਬ ਨੂੰ ਜਿਸ ਤਰ੍ਹਾਂ ਉਹ ਆਪਣੀ ਲੇਖਣੀ ਦੇ ਵਿੱਚ ਵਰਤਦਾ, ਬਲਕਿ ਉਹ ਇਹ ਵੀ ਕਹਿੰਦਾ ਹੈਗਾ ਕਿ ਮੈਂ ਰਵਾਇਤੀ ਇਖਲਾਕ ਦਾ ਵਿਰੋਧੀ ਬੰਦਾ ਹੈ। ਉਹ ਤਾਂ ਕਹਿ ਕੇ ਹੀ ਚੱਲਦਾ, ਜੇ ਆਪਾਂ ਕਹਿ ਲਈਏ ਵਿਚਾਰਧਾਰਕ ਪੱਖੋਂ ਤਾਂ ਉਹ ਇੰਨਾ ਕਲੀਅਰ ਹੈ, ਤੇ ਉਹ ਜਿਹੜੀਆਂ ਪਰੰਪਰਾਗਤ ਸਥਾਪਿਤ ਚੀਜ਼ਾਂ ਹੈ ਉਹ ਸਾਰੀਆਂ ਉਹਨਾਂ ਨੂੰ ਕਿਵੇਂ ਉਲਟਾਉਣਾ ਚਾਹੁੰਦਾ ਹੈ ਜਾਂ ਕਿਵੇਂ ਦੇਖਦਾ, ਉਹਦੀ ਕਾਵਿ ਦੀ ਦ੍ਰਿਸ਼ਟੀ ਹੈ। ਤੁਹਾਨੂੰ ਇਹਦੇ ਬਾਰੇ ਕਿਵੇਂ ਲੱਗਦਾ? ਨਹੀਂ, ਮੈਨੂੰ ਵਿਚਾਰਧਾਰਕ ਪੱਖ ਤੋਂ ਇਹ ਲੱਗਦਾ ਕਿ ਭਾਵੇਂ ਉਹਨੇ ਇਹ ਦਾਅਵਾ ਕੀਤਾ ਹੈ ਕਿ ਮੈਂ ਰਵਾਇਤ ਦਾ ਵਿਰੋਧੀ ਹਾਂ, ਮੈਂ ਪਰੰਪਰਾਗਤ ਸਮਾਜ ਦਾ, ਪਰੰਪਰਾਗਤ ਕਦਰਾਂ ਕੀਮਤਾਂ ਦਾ ਵਿਰੋਧੀ ਹਾਂ, ਕਾਫੀ ਹੱਦ ਤੱਕ ਇਹ ਗੱਲ ਉਹਦੀ ਸਹੀ ਹੋ ਸਕਦੀ ਹੈ। ਪਰ ਜਿੱਥੋਂ ਤੱਕ ਗੱਲ ਹੈਗੀ ਹੈ ਕਿ ਜਿਸ ਸਮੇਂ ਬਲਵੰਤ ਗਾਰਗੀ ਨੇ ਲਿਖਣਾ ਸ਼ੁਰੂ ਕੀਤਾ ਉਦੋਂ ਪ੍ਰਗਤੀਵਾਦ ਦਾ ਦੌਰ ਸੀ ਜਾਂ ਪ੍ਰਗਤੀਵਾਦ ਦਾ ਜ਼ਮਾਨਾ ਸੀ। ਪਹਿਲੀ ਪੱਧਰ ਤੇ ਉਹ ਪ੍ਰਗਤੀਵਾਦੀਆਂ ਦੇ ਆਲਾ ਦੁਆਲਾ ਦਾ ਸਾਰਾ ਪ੍ਰਗਤੀਵਾਦੀਆਂ ਦਾ ਸੀ, ਚਾਹੇ ਉਹ ਸੰਤ ਸਿੰਘ ਸੇਖੋਂ ਸੀ, ਚਾਹੇ ਉਹ ਸਾਹਿਰ ਲੁਧਿਆਣਵੀ ਸੀ, ਚਾਹੇ ਉਹ ਫਿਕਰ ਤੌਸਵੀ ਸੀ। ਉਹ ਸਾਰਾ ਮਾਹੌਲ ਹੀ ਉਸ ਸਮੇਂ ਦਾ ਜੰਗ ਵਿਰੋਧੀ, ਅੰਗਰੇਜ਼ ਸਾਮਰਾਜ ਵਿਰੋਧੀ ਸੀ। ਪਰ ਬਲਵੰਤ ਗਾਰਗੀ ਹੈ ਜਿਹੜਾ ਉਹ ਪ੍ਰਗਤੀਵਾਦ ਦੇ ਵਿਰੋਧ ਦੇ ਵਿੱਚ ਤਾਂ ਨਹੀਂ, ਪਰ ਉਹ ਕਦੇ ਲਹਿਰ ਦਾ ਅੰਗ ਬਣ ਕੇ ਵੀ ਨਹੀਂ ਤੁਰਿਆ, ਸਿਰਫ ਇਪਟਾ ਦੇ ਨਾਲ, ਸ਼ੀਲਾ ਭਾਟੀਆ ਦੇ ਨਾਲ ਕੁਝ ਦੇਰ ਚੱਲਣ ਤੋਂ ਇਲਾਵਾ ਜ਼ਿਆਦਾ ਦੇਰ ਜਿਹੜਾ ਹੈਗਾ ਉਹ ਵਿੱਥ ਤੇ ਹੀ ਰਿਹਾ ਕਿ ਉਹ ਪ੍ਰਗਤੀਵਾਦੀਆਂ ਨੂੰ ਚੰਗਾ ਸਮਝਦਾ ਸੀ, ਪਰ ਪ੍ਰਗਤੀਵਾਦੀਆਂ ਨਾਲ ਕਦੇ ਤੁਰਿਆ ਨਹੀਂ, ਲਹਿਰ ਦਾ ਕਿਸੇ ਦਾ ਅੰਗ ਨਹੀਂ ਬਣਿਆ। ਦੂਜੀ ਜਿਹੜੀ ਗੱਲ ਹੈਗੀ ਹੈ ਕਿ ਬਲਵੰਤ ਗਾਰਗੀ ਦਾ ਜਿਹੜਾ ਖੁਦ ਦਾ ਜੀਵਨ ਵਿਧੀ ਸੀ ਜਾਂ ਜੀਵਨ ਸਟਾਈਲ ਸੀਗਾ, ਉਹ ਐਂ ਕਹਿ ਲਓ ਕਿ ਜੇ ਬੁਰਜੂਆ ਨਾ ਕਹੀਏ ਤਾਂ ਕਮ ਸੇ ਕਮ ਉਹ ਕਲਾਕਾਰਾਂ ਵਾਲਾ, ਆਪਣੇ ਆਪ ਵਿੱਚ ਮਸਤ ਰਹਿਣ ਵਾਲਾ ਸੀਗਾ। ਤਾਂ ਨਿਸ਼ਚੈ ਹੀ ਜਿਹੜਾ ਉਹਦਾ ਸਮੁੱਚਾ ਦਾਇਰਾ ਸੀਗਾ ਉਹਨੂੰ ਮੱਧ ਵਰਗੀ ਸੁਭਾਅ ਦਾ ਹੀ ਬਣਾਉਂਦੇ ਆ, ਤੇ ਉਹ ਮੱਧ ਵਰਗੀ ਸੁਭਾਅ ਦੇ ਅਨਸਾਰੀ ਜਿਹੜੀ ਉਹਦੀ ਵਿਚਾਰਧਾਰਾ ਹੈ, ਉਦਾਰ ਆ, ਲਿਬਰਲ ਆ, ਉਹ ਕੱਟੜ ਨਹੀਂ ਗਾ, ਧਾਰਮਿਕ ਤੌਰ ਤੇ ਕੱਟੜ ਨਹੀਂ। ਜਿੰਨੇ ਪਿਆਰ ਨਾਲ ਉਹ ਕਿਹਾ ਜਾ ਸਕਦਾ ਹੈਗਾ ਕਿ ਸਾਹਿਰ ਲੁਧਿਆਣਵੀ ਤੇ ਸਾਦਤ ਹਸਨ ਮੰਟੋ ਨੂੰ ਚਿੱਤਰਦਾ, ਓਨੇ ਪਿਆਰ ਨਾਲ ਹੀ ਰੇਸ਼ਮਾ ਨੂੰ ਚਿੱਤਰਦਾ, ਜਿੰਨੇ ਪਿਆਰ ਨਾਲ ਰੇਸ਼ਮਾ ਨੂੰ ਚਿੱਤਰਦਾ ਓਨੇ ਪਿਆਰ ਨਾਲ ਹੀ ਉਹ
ਕਿਹਾ ਜਾ ਸਕਦਾ ਹੈ ਕਿ ਆਪਣੇ ਰਜਿੰਦਰ ਸਿੰਘ ਬੇਦੀ ਨੂੰ ਚਿੱਤਰਦਾ ਹੈ। ਤੇ ਉੱਥੋਂ ਇਹ ਲੱਗਦਾ ਹੈ ਕਿ ਉਹ ਧਾਰਮਿਕ ਫਿਰਕਾ ਪ੍ਰਸਤੀ ਤੋਂ ਬਹੁਤ ਉੱਪਰ ਉੱਠਿਆ ਹੋਇਆ ਸੀ, ਲਿਬਰਲ ਬੰਦਾ ਸੀ। ਦੂਸਰਾ ਸ਼ਿਸ਼ਟਾਚਾਰੀ ਦੰਭ ਨੂੰ ਵੀ ਹਾਂ, ਦੂਜਾ ਇਹ ਕਿ ਕਿਸੇ ਵੀ ਕਿਸਮ ਦੀ ਜਿਹੜੀ ਦੰਭੀ ਕਿਰਦਾਰ ਆ ਉਹਦੇ ਪਰਦੇ ਚਾਕ ਕਰਨਾ ਵੀ ਉਹਨੂੰ ਲੱਗਦਾ ਸੀ ਕਿ ਇਹ ਪਰਦਾ ਜ਼ਰੂਰ ਚਾਕ ਕੀਤਾ ਜਾਵੇ। ਭਾਵਾਂ ਗੱਲਾਂ ਬਹੁਤ ਛੋਟੀਆਂ ਹੋਣ, ਪਰ ਜਿਹੜੇ ਵੀ ਵੱਡੇ ਲੇਖਕ ਦੇ ਵਿੱਚ ਵੀ ਉਹਨੂੰ ਕੋਈ ਛੋਟੀ ਜਿਹੀ ਵੀ ਊਣ ਦਿਖਦੀ ਸੀ ਤਾਂ ਉਹ ਊਣ ਲੁਕਾਉਂਦਾ ਨਹੀਂ ਸੀਗਾ, ਸਗੋਂ ਉਸ ਊਣ ਨੂੰ ਉਹ ਤੁਰੰਤ ਹੀ ਜਾਗਰ ਕਰ ਦਿੰਦਾ ਸੀਗਾ। ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ ਬਲਵੰਤ ਗਾਰਗੀ ਨੇ ਪੰਜਾਬੀ ਕਲਾਕਾਰਾਂ ਦਾ ਅੰਦਰ ਬਾਹਰ ਪੂਰੀ ਇਮਾਨਦਾਰੀ ਨਾਲ ਚਿੱਤਰਿਆ।